ਜੀ ਆਇਆਂ ਨੂੰ ਖੁਸ਼ਾਮਦੀਦ। ਕਿਸਾਨ ਵੀਰੋ, ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਇਹ ਖਾਸ ਉਪਰਾਲਾ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3 ਲੈ ਹਾਜ਼ਰ ਹਾਂ ਮੈਂ। ਤੇ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਇਹ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕਰ ਦਿਓ ਜਾਂ WhatsApp ਕਰ ਦਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਤੇ ਪਸ਼ੂ ਪਾਲਣ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਤੇ ਅੱਜ ਦਾ ਸਾਡਾ ਵਿਸ਼ਾ ਬੜਾ ਹੀ ਅਹਿਮ ਵਿਸ਼ਾ ਹੈ ਕਿ ਲਿਵਰ ਦੀ ਸਿਹਤ ਹੈ ਜ਼ਰੂਰੀ ਸਿਹਤਮੰਦ ਪਸ਼ੂਆਂ ਲਈ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਨੇ ਡਾਕਟਰ ਸੁਮੀਤ ਸਿੰਘ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਡਾਕਟਰ ਸਾਹਿਬ, ਸਭ ਤੋਂ ਪਹਿਲੇ ਤੇ ਕਿਉਂਕਿ ਮਨੁੱਖਾਂ ਦੇ ਵਿੱਚ ਤੇ ਲਿਵਰ ਦੀ ਬੜੀ ਮਹੱਤਤਾ ਰਹਿੰਦੀ ਹੈ, ਪਰ ਪਸ਼ੂਆਂ ਦੇ ਵਿੱਚ ਜੇ ਸਿਹਤਮੰਦ ਪਸ਼ੂ ਚਾਹੀਦਾ ਹੈ ਤੇ ਲਿਵਰ ਦੀ ਉਸ ਵਿੱਚ ਕੀ ਮਹੱਤਤਾ ਹੈ? ਪਹਿਲਾਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ। ਜਿਵੇਂ ਕਿ ਅੱਜ ਦਾ ਵਿਸ਼ਾ ਜਿਹੜਾ ਅਸੀਂ ਚੁਣਿਆ, ਲਿਵਰ ਹੈਲਥ, ਇਹ ਜਾਂ ਜਿਗਰ ਦੀ ਜਿਹੜੀ ਸਿਹਤ ਹੈ, ਇਹ ਬਹੁਤ ਜ਼ਰੂਰੀ ਹੈ। ਜ਼ਰੂਰੀ ਕਿਉਂ ਹੈ ਕਿ ਜੋ ਵੀ ਸਾਡੇ ਸਰੀਰ ਦੇ ਵਿੱਚ ਜਾਂ ਪਸ਼ੂਆਂ ਦੇ ਸਰੀਰ ਦੇ ਵਿੱਚ ਜੋ ਵੀ ਕੰਮ ਚੱਲ ਰਿਹਾ, ਉਹਦਾ ਧੁਰਾ ਜਾਂ ਸੈਂਟਰ ਪੁਆਇੰਟ ਜਿਹੜਾ ਸਾਡਾ ਲਿਵਰ ਹੈ, ਇਹਦੀ ਇੰਨੀ ਮਹੱਤਤਾ ਤੁਸੀਂ ਇਸ ਚੀਜ਼ ਤੋਂ ਜਾਣ ਕੇ ਲਾ ਸਕਦੇ ਹੋ ਕਿ ਸਾਡੇ ਅੰਦਰੂਨੀ ਅੰਗਾਂ ਦੇ ਵਿੱਚ ਜਿਹੜਾ ਲਿਵਰ ਹੈ, ਇਹਦਾ ਜਿਹੜਾ ਵੇਟ ਹੈ ਉਹ ਸਭ ਤੋਂ ਜ਼ਿਆਦਾ ਹੁੰਦਾ, ਸਭ ਤੋਂ ਵੱਡਾ ਆਰਗਨ ਹੈ ਸਾਡੇ ਸਰੀਰ ਦਾ। ਮੰਨ ਕੇ ਚੱਲੋ ਕਿ ਜਿਹੜੇ ਅਗਰ ਆਪਾਂ ਦੁਧਾਰੂ ਪਸ਼ੂਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਜ਼ਨ ਦਾ 1.5%, ਮਤਲਬ ਕਿ ਅਗਰ 500 ਕਿਲੋ ਦਾ ਪਸ਼ੂ ਹੈ ਤਾਂ ਲਗਭਗ 7 ਤੋਂ 8 ਕਿਲੋ ਦਾ ਉਹਨਾਂ ਦਾ ਜਿਗਰ ਹੋਊਗਾ। ਤੇ ਇਸ ਤੋਂ ਆਪਾਂ ਜਿਹੜਾ ਅੰਦਾਜ਼ਾ ਲਾ ਸਕਦੇ ਕਿ ਕਿੰਨਾ ਪ੍ਰਮੁੱਖ ਅੰਗ ਹੈ ਸਾਡੇ ਜਾਂ ਪਸ਼ੂਆਂ ਦੇ ਸਰੀਰ ਲਈ। ਕਈ ਵਾਰ ਸਾਡੇ ਕਿਸਾਨ ਭਰਾ ਸਾਨੂੰ ਫੋਨ ਕਰਦੇ ਕਿ ਸਾਡਾ ਪਸ਼ੂ ਜਿਹੜਾ ਦੇਖਣ 'ਚ ਬਿਲਕੁਲ ਸਿਹਤਮੰਦ ਲੱਗ ਰਿਹਾ ਬਾਹਰੋਂ, ਪਰ ਜੀ ਪੱਠੇ ਨਹੀਂ ਖਾ ਰਿਹਾ ਜਾਂ ਦੁੱਧ ਆਪਣੇ ਪੋਟੈਂਸ਼ੀਅਲ ਦੇ ਹਿਸਾਬ ਨਾਲ ਨਹੀਂ ਦੇ ਰਿਹਾ, ਤਾਂ ਕਿਤੇ ਨਾ ਕਿਤੇ ਉਹ ਜੁੜਿਆ ਹੁੰਦਾ ਪਸ਼ੂ ਦੇ ਮੈਟਾਬੋਲਿਜ਼ਮ ਨਾਲ, ਕਿ ਉਹਦੇ ਅੰਦਰ ਦੀ ਜਿਹੜੀ ਪ੍ਰਣਾਲੀ ਹੈ ਉਹ ਚੰਗੀ ਤਰ੍ਹਾਂ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ। ਤਾਂ ਉਹਦੇ ਲਈ ਲਿਵਰ ਦੀ ਸਿਹਤ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਜਿੰਨੇ ਵੀ ਆਪਣੇ ਸਰੀਰ ਦੇ ਵਿੱਚ ਚਾਹੇ ਮਨੁੱਖਾਂ ਦੀ ਗੱਲ ਕਰੀਏ ਜਾਂ ਪਸ਼ੂਆਂ ਦੀ ਗੱਲ ਕਰੀਏ, ਉਹ ਕਿਤੇ ਨਾ ਕਿਤੇ ਲਿਵਰ ਨਾਲ ਜੁੜਿਆ। ਸਾਡੀ ਜਿਹੜੀ ਡਾਈਜੈਸ਼ਨ ਹੈ, ਚਾਹੇ ਪ੍ਰੋਟੀਨ ਦੀ ਡਾਈਜੈਸ਼ਨ ਮੰਨ ਲਓ, ਕਾਰਬੋਹਾਈਡਰੇਟ ਦੀ ਡਾਈਜੈਸ਼ਨ ਮੰਨ ਲਓ ਜਾਂ ਫੈਟ ਦੀ ਡਾਈਜੈਸ਼ਨ ਮੰਨ ਲਓ, ਉਹ ਸਾਰੀ ਲਿਵਰ ਦੇ ਨਾਲ ਹੀ ਜੁੜੀ ਹੋਈ ਹੈ। ਲਿਵਰ ਬਹੁਤ ਸਾਰੇ ਰਸਾਬ ਬਣਾਉਂਦਾ, ਬਾਈਲ ਜੂਸ ਬਣਾਉਂਦਾ, ਜਿਹਦੇ ਵਿੱਚ ਐਂਜ਼ਾਈਮਸ ਐਂਡ ਹਾਰਮੋਨਸ ਹੁੰਦੇ ਆ, ਜਿਹੜੇ ਸਾਡੇ ਸਰੀਰ ਤੇ ਪਸ਼ੂਆਂ ਦੇ ਸਰੀਰ ਦੇ ਵਿੱਚ ਉਸ ਪ੍ਰੋਟੀਨ, ਫੈਟ ਤੇ એનર્ਜੀ ਨੂੰ ਮੈਟਾਬੋਲਾਈਜ਼ ਜਾਂ ਪਚਾਉਣ 'ਚ ਪਸ਼ੂ ਦੀ ਮਦਦ ਕਰਦੇ ਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕੰਮ ਹੈ ਜਿਹੜੇ ਲਿਵਰ ਕਰਦਾ। ਉਹਦੇ ਵਿੱਚ ਜਿਹੜਾ ਸਭ ਤੋਂ ਪ੍ਰਮੁੱਖ ਇੱਕ ਚੀਜ਼ ਆਉਂਦੀ ਹੈ, ਉਹ ਆਉਂਦੀ ਡੀਟੌਕਸੀਫਿਕੇਸ਼ਨ। ਡੀਟੌਕਸੀਫਿਕੇਸ਼ਨ ਮਤਲਬ ਕਿ ਪਸ਼ੂ ਦੇ ਸਰੀਰ ਦੇ ਵਿੱਚ ਕਿਸੇ ਵੀ ਰਾਹੀ ਜ਼ਰੀਏ ਕੋਈ ਟੌਕਸਿਨ ਜਾ ਰਿਹਾ, ਉਹਨੂੰ ਨਿਊਟਰਲਾਈਜ਼ ਕਰਕੇ ਬਾਹਰ ਕੱਢਣ ਦਾ ਕੰਮ ਲਿਵਰ ਕਰਦਾ। ਪਸ਼ੂ ਬਿਮਾਰ ਹੁੰਦੇ, ਅਸੀਂ ਐਂਟੀਬਾਇਓਟਿਕ ਬਹੁਤ ਸਾਰੀ ਦਵਾਈਆਂ ਦਾ ਯੂਜ਼ ਕਰਦੇ ਹਾਂ, ਉਨ ਦਵਾਈਆਂ ਨੂੰ ਵੀ ਸਰੀਰ 'ਚੋਂ ਬਾਹਰ ਕੱਢਣ ਦਾ ਕੰਮ ਲਿਵਰ ਕਰਦਾ। ਪਸ਼ੂ ਦੇ ਸਰੀਰ ਦੇ ਵਿੱਚ એનર્ਜੀ ਦੀ ਘਾਟ ਹੋ ਰਹੀ ਹੈ ਤੇ ਪਸ਼ੂ ਦੇ ਸਰੀਰ ਤੋਂ ਫੈਟ ਲੈ ਕੇ ਉਹਦੀ એનર્ਜੀ 'ਚ ਜਿਹੜਾ ਬਣਾਉਂਦਾ ਉਹ ਲਿਵਰ ਕਰਦਾ। ਠੀਕ ਹੈ। ਇਸੇ ਤਰ੍ਹਾਂ ਸਰੀਰ ਦੇ ਵਿੱਚ ਵਿਟਾਮਿਨ ਡੀ, ਜਿਹੜਾ ਕਿ ਇੱਕ ਪ੍ਰਮੁੱਖ ਵਿਟਾਮਿਨ ਹੈ ਪਸ਼ੂ ਦੀ ਸਿਹਤ ਲਈ, ਉਹਨੂੰ ਬਣਾਉਣ 'ਚ ਲਿਵਰ ਦੀ ਮਦਦ ਲੱਗਦੀ ਹੈ। ਹੋਰ ਕਈ ਕੰਮ ਜਿਵੇਂ ਕੋਲੈਸਟਰੋਲ, ਹਾਰਮੋਨਸ, ਜਿਹੜੇ ਕਿ ਪਸ਼ੂ ਦੀ ਪ੍ਰਜਨਨ ਸ਼ਮਤਾ ਨੂੰ ਬਣਾਉਣ ਲਈ ਜ਼ਰੂਰਤ ਪੈਂਦੀ ਹੈ, ਉਹ ਲਿਵਰ ਹੀ ਕੰਮ ਕਰਦਾ। ਤੇ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਆਪਣੇ ਸਰੀਰ ਦੀਆਂ ਕਿਰਿਆਵਾਂ ਹੈ ਉਹ ਕਿਤੇ ਨਾ ਕਿਤੇ ਜਾ ਕੇ ਲਿਵਰ ਨਾਲ ਜੁੜੀਆਂ ਹੋਈਆਂ। ਤੇ ਜੇ ਪਸ਼ੂ ਦੇ ਲਿਵਰ 'ਚ ਕੋਈ ਦਿੱਕਤ ਆਊਗੀ ਤਾਂ ਪਸ਼ੂ ਦੇ ਪਰਫਾਰਮੈਂਸ ਵਿੱਚ, ਚਾਹੇ ਉਹ ਵੇਟ ਗੇਨ 'ਚ ਕਹਿ ਲਓ, ਚਾਹੇ ਦੁੱਧ 'ਚ ਕਹਿ ਲਓ, ਉਹ ਕਿਤੇ ਨਾ ਕਿਤੇ ਉਹ ਪਸ਼ੂ ਜਿਹੜਾ ਪਿੱਛੇ ਦੀ ਤਰਫ ਹੀ ਜਾਊਗਾ। ਮਤਲਬ ਡਾਕਟਰ ਸਾਹਿਬ, ਜੇ ਮੋਟੇ ਤੌਰ ਤੇ ਵੇਖਿਆ ਜਾਏ ਤੇ ਕੁਦਰਤ ਨੇ ਕੋਈ ਫਰਕ ਜਿਹੜਾ ਉਹ ਨਹੀਂ ਪਾਇਆ। ਜਿੰਨਾ ਜ਼ਰੂਰੀ ਲਿਵਰ ਮਨੁੱਖਾਂ ਦੇ ਵਿੱਚ ਹੈ, ਉਹਨਾਂ ਪਸ਼ੂਆਂ ਦੇ ਵਿੱਚ ਵੀ ਉਸੇ ਤਰ੍ਹਾਂ ਉਹ ਕੰਮ ਕਰਦਾ, ਉਹਨਾਂ ਲਈ ਵੀ ਬੜੀ ਅਹਿਮੀਅਤ ਰੱਖਦਾ ਹੈ। ਬਿਲਕੁਲ। ਪਰ ਖਾਸ ਤੌਰ ਤੇ ਜੇ ਕਿਸਾਨ ਵੀਰਾਂ ਦੀ, ਪਸ਼ੂ ਪਾਲਕਾਂ ਦੀ ਗੱਲ ਕੀਤੀ ਜਾਏ ਤੇ ਲਿਵਰ ਦੀ ਤੰਦਰੁਸਤੀ ਲਈ ਪਸ਼ੂਆਂ ਦੇ ਵਿੱਚ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ? ਦੇਖੋ, ਆਪਾਂ ਉਹਦੀ ਮਹੱਤਤਾ ਦੱਸਦੀ ਤੇ ਉਹਦੇ ਕਿਵੇਂ ਆਪਾਂ ਉਹਨੂੰ ਪ੍ਰੋਪਰਲੀ ਮੇਨਟੇਨ ਕਰੀਏ। ਇਹ ਪਸ਼ੂ ਤੋਂ ਜ਼ੀਰੋ ਤੋਂ ਸ਼ੁਰੂ ਹੋ ਜਾਂਦਾ, ਆਪਣੀ ਮੈਨੇਜਮੈਂਟ ਤੋਂ ਲੈ ਕੇ, ਠੀਕ ਹੈ, ਉਹਦੇ ਰਾਸ਼ਨ ਤੱਕ, ਉਹਦੀ ਡਾਈਟ ਕਿਵੇਂ ਤੁਸੀਂ ਦੇ ਰਹੇ ਹੋ, ਇਹਦੇ ਇਲਾਵਾ ਕਿਸੇ ਸੋਰਸ ਤੋਂ ਕੋਈ ਟੌਕਸਿਨ ਤਾਂ ਨਹੀਂ ਆ ਰਿਹਾ, ਉਹ ਵੀ ਦੇਖਣਾ ਜ਼ਰੂਰੀ ਹੈ। ਸਿੱਧੀ ਗੱਲ ਹੈ ਕਿ ਅਗਰ ਸਾਡਾ ਪਸ਼ੂ ਜਿਹੜਾ ਹੈ ਉਹ ਸਟ੍ਰੈਸ ਫਰੀ ਹੈ, ਮਤਲਬ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਤਣਾਅ ਨਹੀਂ ਆ ਰਿਹਾ, ਤਾਂ ਮਤਲਬ ਪਸ਼ੂ ਆਪਣੀ ਸਾਰੀ ਜਿਹੜੀ ਕਿਰਿਆ ਹੈ ਉਹ ਪ੍ਰੋਪਰ ਤਰੀਕੇ ਨਾਲ ਕਰ ਸਕਦਾ। ਅਗਰ ਕਿਸੇ ਵੀ ਸੋਰਸ ਜ਼ਰੀਏ ਉਹਨੂੰ ਸਟ੍ਰੈਸ ਆ ਰਿਹਾ ਤਾਂ ਪਸ਼ੂ ਦਾ ਉਹ ਸਾਰਾ ਸਟ੍ਰੈਸ ਦਾ ਜਿਹੜਾ ਕਹਿੰਦੇ ਦੁਸ਼ਪ੍ਰਭਾਵ ਆ ਉਹਦੇ ਲਿਵਰ 'ਤੇ ਪਊਗਾ, ਤੇ ਕਿਤੇ ਨਾ ਕਿਤੇ ਲਿਵਰ ਦੀ ਹੈਲਥ ਜਿਹੜੀ ਉਹ ਕੰਪਰੋਮਾਈਜ਼ ਹੋਊਗੀ। ਮੈਂ ਸਭ ਤੋਂ ਪਹਿਲਾਂ ਸ਼ੁਰੂ ਕਰੂੰਗਾ ਪਸ਼ੂਆਂ ਦੀ ਡਾਈਟ 'ਤੇ।
ਕਿ ਜਦੋਂ ਵੀ ਤੁਸੀਂ ਪਸ਼ੂ ਦੀ ਡਾਈਟ ਜਿਹੜੀ ਹੈ ਉਹ ਪਲਾਨ ਕਰ ਰਹੇ ਹੋ, ਉਹ ਉਹਦੇ ਜ਼ਰੂਰਤ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ। ਨਾ ਹੀ ਜ਼ਿਆਦਾ ਦਿਓ, ਨਾ ਹੀ ਘੱਟ ਦਿਓ। ਜਿਹਦੇ ਵਿੱਚ ਡਰਾਈ ਮੈਟਰ ਇਨਟੇਕ, ਉਹਦੀ ਪ੍ਰੋਟੀਨ ਦੀ ਰਿਕੁਆਇਰਮੈਂਟ, ਉਹਦੀ ਫੈਟ ਦੀ ਰਿਕੁਆਇਰਮੈਂਟ, ਉਹਦੀ એનર્ਜੀ ਦੀ ਰਿਕੁਆਇਰਮੈਂਟ। ਉਹਦੇ ਵਿੱਚ ਜਿਹੜਾ ਮੇਜਰ ਗੈਪ ਮੋਸਟਲੀ ਆਉਂਦਾ, ਉਹ ਆਉਂਦਾ ਨੈਗੇਟਿਵ એનર્ਜੀ ਦਾ। ਕਿ ਜਦੋਂ ਵੀ ਐਨੀਮਲ ਨੈਗੇਟਿਵ એનર્ਜੀ ਦੇ ਵਿੱਚ ਜਾਊਗਾ, ਪਸ਼ੂ ਦੇ ਲਿਵਰ ਨੂੰ ਉਹਦੀ ਮਤਲਬ ਜ਼ਿਆਦਾ ਕੰਮ ਕਰਨਾ ਪਊਗਾ, ਜਿਹਦੇ ਵਿੱਚ ਜਦੋਂ ਉਹਦੇ ਕਾਰਨ ਹੀ ਜਿਹੜਾ ਹੈ ਲਿਵਰ 'ਤੇ ਸਟ੍ਰੈਸ ਆਊਗਾ ਅਤੇ ਫੈਟੀ ਲਿਵਰ ਜਾਂ ਉਹ ਹੋਰ ਕੋਈ ਦਿੱਕਤ ਹੋਣ ਦੇ ਜਿਹੜੇ ਚਾਂਸਸ ਆ ਉਹ ਵਧਣਗੇ। ਇਸ ਕਰਕੇ ਸਭ ਤੋਂ ਪਹਿਲੀ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਜਿਹੜਾ ਉਸ ਦੁਧਾਰੂ ਪਸ਼ੂ ਦਾ ਨਿਊਟ੍ਰੀਸ਼ਨ ਹੀ ਹੈ। ਉਹਦੇ ਨਿਊਟ੍ਰੀਸ਼ਨ ਵੱਲ ਜਿਹੜੀ ਇਹ ਖਾਸ ਧਿਆਨ ਜਿਹੜਾ ਸਾਨੂੰ ਰੱਖਣਾ ਪੈਣਾ। ਓਵਰਆਲ ਨਿਊਟ੍ਰੀਸ਼ਨ ਤੇ ਨਾਲ ਮਿਨਰਲ ਦਾ ਨਿਊਟ੍ਰੀਸ਼ਨ ਵੀ ਕਿਹੜੇ ਕਿਹੜੇ ਤੱਤਾਂ ਦੀ ਜ਼ਰੂਰਤ ਹੈ ਉਹ ਵੀ ਪੂਰੀ ਧਿਆਨ ਜਿਹੜਾ ਆਪਣੇ ਕਿਸਾਨ ਭਰਾ ਨੂੰ ਰੱਖਣਾ ਪੈਣਾ। ਦੂਸਰੀ ਚੀਜ਼, ਕਿਸੇ ਵੀ ਸੋਰਸ ਜਿਹੜੀ ਹੈ ਕੋਈ ਵੀ ਟੌਕਸਿਨ ਜਿਹੜਾ ਉਹ ਨਹੀਂ ਆਉਣਾ ਚਾਹੀਦਾ। ਅਗਰ ਟੌਕਸਿਨ ਦੀ ਗੱਲ ਕਰੀਏ, ਮਾਈਕਰੋਟੌਕਸਿਨਸ ਦੀ ਗੱਲ ਕਰੀਏ, ਇਹਦੇ ਵਿੱਚ ਸਭ ਤੋਂ ਪ੍ਰਮੁੱਖ ਸੋਰਸ ਆਪਣਾ ਫੀਡ ਹੀ ਹੈ ਜਾਂ ਦਾਣਾ ਜਿਹੜਾ ਅਸੀਂ ਆਪਣੇ ਪਸ਼ੂ ਨੂੰ ਦੇ ਰਹੇ ਹਾਂ। ਇਸ ਕਰਕੇ ਕਿਸੇ ਵੀ ਕੰਪਨੀ ਦਾ ਯੂਜ਼ ਕਰ ਰਹੇ ਹੋ, ਚਾਹੇ ਤੁਸੀਂ ਘਰ ਦਾ ਦਾਣਾ ਬਣਾ ਰਹੇ ਹੋ, ਉਹਦੀ ਉੱਲੀ ਜ਼ਹਿਰ ਦੀ ਟੈਸਟਿੰਗ ਜ਼ਰੂਰ ਕਰੋ ਤਾਂ ਕਿ ਤੁਹਾਡੇ ਫੀਡ ਰਾਹੀਂ ਤਾਂ ਨਹੀਂ ਉਹ ਟੌਕਸਿਨ ਕਿਤੇ ਜਾ ਰਿਹਾ। ਫੀਡ ਨੂੰ ਛੱਡ ਕੇ ਕੋਈ ਵੀ ਚਾਰਾ, ਜਿਵੇਂ ਤੁਸੀਂ ਦੇਖਿਆ ਹੋਣਾ ਕਿ ਅੱਜ ਦੇ ਜਿਹੜੇ ਪ੍ਰੋਗਰੈਸਿਵ ਫਾਰਮਰ ਆ ਉਹ ਸਾਈਲੇਜ ਦੀ ਵਰਤੋਂ ਕਰਦੇ ਆ। ਸਾਈਲੇਜ ਤੋਂ ਆਪਾਂ ਨੂੰ ਦੇਖਣਾ ਪਊਗਾ ਕੋਈ ਟੌਕਸਿਨ ਤਾਂ ਨਹੀਂ ਆ ਰਿਹਾ। ਤੂੜੇ ਦੀ ਗੱਲ ਕਰੀਏ, ਤੂੜੇ ਦੇ ਵਿੱਚ ਵੀ ਆ ਸਕਦਾ। ਪਿਛਲੇ ਸੀਜ਼ਨ 'ਚ ਤੁਸੀਂ ਦੇਖਿਆ ਹੋਊਗਾ ਕਿ ਤੂੜੇ ਦਾ ਜਿਹੜਾ ਆਪਣੀ ਤੂੜੀ ਹੁੰਦੀ ਹੈ ਕਣਕ ਦੀ, ਉਹਦੇ ਰੇਟ ਇੰਨੇ ਹਾਈ ਹੋ ਗਏ ਕਿ ਲੋਕਾਂ ਨੇ ਪਰਾਲੀ ਵੀ ਯੂਜ਼ ਕੀਤੀ ਹੈ। ਕਿਤੇ ਕਿਤੇ ਪਰਾਲੀ ਵੀ ਯੂਜ਼ ਹੋਈ, ਕਿਤੇ ਕਿਤੇ ਮਾੜੀ ਕੁਆਲਿਟੀ ਦੀ ਤੂੜੀ ਵੀ ਜਿਹੜੀ ਉਹ ਯੂਜ਼ ਕਰਨੀ ਪਈ ਫਾਰਮਰ ਨੂੰ, ਕਿਉਂਕਿ ਇਕਨੋਮਿਕਸ ਵੀ ਇੱਕ ਪਾਰਟ ਹੁੰਦਾ। ਪਰ ਉਹਦੇ ਜਿਹੜੇ ਦੁਸ਼ਪ੍ਰਭਾਵ ਹੈ ਉਹ ਬਹੁਤ ਜ਼ਿਆਦਾ ਹੈ, ਜਿਹੜੇ ਕਿ ਲੀਵਰ ਦੀ ਹੈਲਥ ਨੂੰ ਕੰਪਰੋਮਾਈਜ਼ ਜਿਹੜੇ ਉਹ ਕਰਦੇ ਆ। ਇਸੇ ਤਰ੍ਹਾਂ ਇੱਕ ਜਿਹੜੇ ਪੁਆਇੰਟ ਜਿਹੜਾ ਆਮ ਤੌਰ 'ਤੇ ਫਾਰਮਰ ਜਿਹੜਾ ਉਹ ਨਹੀਂ ਧਿਆਨ ਦਿੰਦਾ, ਉਹ ਹੈ ਟਰੀਟਮੈਂਟ ਪਾਰਟ। ਕਿ ਜਦੋਂ ਵੀ ਅਸੀਂ ਪਸ਼ੂ ਦਾ ਟਰੀਟਮੈਂਟ ਕਰਦੇ ਹਾਂ, ਕੋਈ ਵੀ ਡਰੱਗ, ਕੋਈ ਐਂਟੀਬਾਇਓਟਿਕ ਆਪਾਂ ਯੂਜ਼ ਕਰ ਰਹੇ ਹਾਂ, ਉਹਨੂੰ ਜਿਹੜਾ ਮੈਟਾਬੋਲਾਈਜ਼ ਕਰਕੇ ਬਾਹਰ ਕੱਢਣਾ ਉਹ ਲੀਵਰ ਦਾ ਕੰਮ ਹੀ ਹੈ। ਕਈ ਵਾਰ ਅਸੀਂ ਅੰਧਾਧੁੰਦ ਸਟਰੋਂਗ ਐਂਟੀਬਾਇਓਟਿਕ ਦਾ ਯੂਜ਼ ਕਰ ਲੈਂਦੇ ਹਾਂ, ਹਾਲਾਂਕਿ ਉਸ ਐਂਟੀਬਾਇਓਟਿਕ ਦੀ ਜ਼ਰੂਰਤ ਨਹੀਂ ਹੁੰਦੀ, ਅਤੇ ਉਸ ਦੌਰਾਨ ਵੀ ਉਹ ਸਾਰਾ ਸਟ੍ਰੈਸ ਜਿਹੜਾ ਉਹ ਲੀਵਰ 'ਤੇ ਹੀ ਪੈਂਦਾ। ਇਸ ਕਰਕੇ ਜਦੋਂ ਟਰੀਟਮੈਂਟ ਵੀ ਤੁਸੀਂ ਪਸ਼ੂ ਨੂੰ ਦੇ ਰਹੇ ਹੋ, ਕਿਉਂਕਿ ਕਦੇ ਵੀ ਕੋਈ ਪਰੇਸ਼ਾਨੀ ਹੋ ਸਕਦੀ ਹੈ, ਸਾਨੂੰ ਟਰੀਟਮੈਂਟ ਦੇਣਾ ਪੈ ਸਕਦਾ, ਤਾਂ ਕਿਸੇ ਅੱਛੇ ਵੈਟਨੇਰੀਅਨ ਦੀ ਸਲਾਹ ਦੇ ਨਾਲ ਹੀ ਤੁਸੀਂ ਉਹਦਾ ਟਰੀਟਮੈਂਟ ਜਿਹੜਾ ਡਿਸਾਈਡ ਕਰੋ, ਤਾਂ ਕਿ ਉਹ ਜਿਹੜਾ ਟਰੀਟਮੈਂਟ ਦਾ ਸਮਾਂ ਉਹਨੂੰ ਆਪਾਂ ਘੱਟ ਕਰ ਸਕੀਏ ਤੇ ਐਨੀਮਲ ਦੀ ਜਿਹੜੀ ਹੈਲਥ ਹੈ ਉਹਨੂੰ ਮੇਨਟੇਨ ਕਰ ਸਕੀਏ। ਬਿਲਕੁਲ, ਜਿਵੇਂ ਡਾਕਟਰ ਸਾਹਿਬ ਨੇ ਵਿਸਤਾਰਪੂਰਵਕ ਤੁਹਾਨੂੰ ਕਿਸਾਨ ਵੀਰੋ ਦੱਸਿਆ ਕਿ ਸਸਤੀ ਜਿਹੜੀ ਫੀਡ ਹੈ ਉਹ ਦੇ ਕੇ ਜਾਂ ਫਿਰ ਐਂਟੀਬਾਇਓਟਿਕ ਬਹੁਤ ਜ਼ਿਆਦਾ ਦੇ ਕੇ ਜਿਹੜਾ ਦੁਸ਼ਪ੍ਰਭਾਵ ਹੈ, ਜਦੋਂ ਪਸ਼ੂ ਸਟ੍ਰੈਸ 'ਚ ਆਏਗਾ ਦੁਸ਼ਪ੍ਰਭਾਵ ਲਿਵਰ 'ਤੇ ਪਏਗਾ ਅਤੇ ਅਲਟੀਮੇਟਲੀ ਜੇ ਜਾ ਕੇ ਵੇਖੀਏ ਤਾਂ ਤੁਹਾਡਾ ਜਿਹੜਾ ਆਰਥਿਕ ਨੁਕਸਾਨ ਹੈ ਉਹ ਬਹੁਤ ਜ਼ਿਆਦਾ ਹੋ ਸਕਦਾ ਹੈ। ਅਤੇ ਇਹਨਾਂ ਗੱਲਾਂ ਦਾ ਜ਼ਰੂਰ ਤੁਸੀਂ ਧਿਆਨ ਰੱਖਣਾ ਹੈ। ਅਤੇ ਡਾਕਟਰ ਸਾਹਿਬ, ਜੋ ਕਿਸਾਨ ਵੀਰਾਂ ਦੇ ਸਵਾਲ ਨੇ ਅੱਜ ਦੇ ਵਿਸ਼ੇ ਮੁਤਲਕ, ਉਹ ਵੀ ਤੁਹਾਡਾ ਤੱਕ ਪਹੁੰਚਾਵਾਂਗੇ ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3 ਅਤੇ ਅੱਜ ਦਾ ਸਾਡਾ ਵਿਸ਼ਾ ਹੈ ਕਿ ਲਿਵਰ ਦੀ ਸਿਹਤ ਹੈ ਜ਼ਰੂਰੀ ਸਿਹਤਮੰਦ ਪਸ਼ੂ ਲਈ, ਜਿਸ ਬਾਰੇ ਗੱਲ ਕਰ ਰਹੇ ਨੇ ਸਾਡੇ ਨਾਲ ਅਸੀਸ ਤੋਂ ਡਾਕਟਰ ਸੁਮਿਤ ਸਿੰਘ। ਡਾਕਟਰ ਸਾਹਿਬ, ਹੁਣ ਕਿਸਾਨ ਵੀਰਾਂ ਨਾਲ ਸਿੱਧਾ ਸੰਪਰਕ ਸਾਧਾਂਗੇ, ਕਾਲ ਦੇ ਜ਼ਰੀਏ ਜੁੜਾਂਗੇ ਅਤੇ ਉਹਨਾਂ ਦੇ ਸਵਾਲ ਜਾਣਾਂਗੇ। ਪਹਿਲੇ ਕਿਸਾਨ ਵੀਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਤੀਰਥ ਸਿੰਘ ਹੈ ਜੀ, ਪਿੰਡ ਪੰਧੇਰ, ਜ਼ਿਲ੍ਹਾ ਜਲੰਧਰ। ਹਾਂਜੀ, ਆਪਣਾ ਸਵਾਲ ਪੁੱਛੋ ਜੀ। ਪਸ਼ੂਆਂ ਦੀ ਲੀਵਰ ਦੀਆਂ ਬਿਮਾਰੀਆਂ ਦੇ ਮੇਨ ਕਾਰਨ ਦੱਸ ਦਿਓ ਜੀ। ਦੇਖੋ ਜੀ, ਮੈਂ ਇਹਨੂੰ ਦੋ ਭਾਗਾਂ 'ਚ ਵੰਡਣਾ ਚਾਹੂੰਗਾ ਕਿ ਕਾਰਨ ਜਾਂ ਬਿਮਾਰੀਆਂ ਕਿਹੜੀਆਂ ਹੋ ਸਕਦੀਆਂ। ਇੱਕ ਭਾਗ ਹੈ ਜਿਹੜਾ ਸਾਡਾ ਮੈਨੇਜਮੈਂਟ ਅਤੇ ਨਿਊਟ੍ਰੀਸ਼ਨ ਨਾਲ ਜੁੜਿਆ ਹੋਇਆ। ਦੂਸਰਾ ਭਾਗ ਹੈ ਜਿਹੜਾ ਕਲੀਨਿਕਲ ਕੰਡੀਸ਼ਨਸ ਕੁਛ ਹੁੰਦੀਆਂ ਜਿਹੜੀਆਂ ਆਪਣੇ ਪਸ਼ੂਆਂ ਦੇ ਵਿੱਚ ਹੋ ਜਾਂਦੀਆਂ, ਜਿਹੜੀ ਲਿਵਰ ਦੀ ਹੈਲਥ ਨੂੰ ਖਰਾਬ ਕਰਦੀਆਂ। ਅਗਰ ਮੈਨੇਜਮੈਂਟ ਅਤੇ ਨਿਊਟ੍ਰੀਸ਼ਨ ਦੀ ਗੱਲ ਕਰੀਏ, ਕੁਛ ਬਿਮਾਰੀਆਂ ਐਸੀਆਂ ਜਿਵੇਂ PPH ਹੋ ਗਿਆ, ਠੀਕ ਹੈ, ਫੈਟੀ ਕਾਊ ਸਿੰਡਰੋਮ ਹੋ ਗਿਆ, ਜਾਂ ਖਾਸ ਤੌਰ 'ਤੇ ਟ੍ਰਾਂਜੀਸ਼ਨ ਪੀਰੀਅਡ। ਕਈ ਵਾਰੀ ਫਾਰਮਰ ਦਾ ਇਹ ਮੰਨਣਾ ਹੁੰਦਾ ਕਿ ਟ੍ਰਾਂਜੀਸ਼ਨ ਪੀਰੀਅਡ 'ਚ ਆਪਣੀ ਗਾਂ ਜਾਂ ਮੱਝ ਨੂੰ ਆਪਾਂ ਚੰਗਾ ਤਗੜਾ ਮੋਟਾ ਕਰ ਲਈਏ ਅਤੇ ਉਹ ਗਾਂ ਜਾ ਕੇ ਦੁੱਧ ਚੰਗਾ ਦੇਊਗੀ, ਪਰ ਅਸਰ ਉਹਦਾ ਉਲਟਾ ਹੁੰਦਾ ਕਿ ਸੂਣ ਤੋਂ ਬਾਅਦ ਉਸ ਗਾਂ ਜਾਂ ਮੱਝ ਦਾ ਜਿਹੜਾ ਡਰਾਈ ਮੈਟਰ ਇਨਟੇਕ ਹੈ ਜਾਂ ਖਾਣ ਦੀ ਸ਼ਮਤਾ ਜਿਹੜੀ ਘੱਟ ਹੋਊਗੀ, ਉਹ ਨੈਗੇਟਿਵ એનર્ਜੀ ਵੱਲ ਜਾਣ ਦੇ ਉਹਦੇ ਚਾਂਸਸ ਜ਼ਿਆਦਾ ਹੋਣਗੇ ਅਤੇ ਫੈਟੀ ਕਾਊ ਸਿੰਡਰੋਮ ਹੋਣ ਦੇ ਚਾਂਸਸ ਜਿਹੜੇ ਆ ਜਾਂ ਫੈਟੀ ਲਿਵਰ ਹੋਣ ਦੇ ਚਾਂਸਸ ਜਿਹੜੇ ਉਹ ਜ਼ਿਆਦਾ ਹੋ ਜਾਣਗੇ। ਇਸ ਕਰਕੇ ਇਹ ਭਾਗ ਤਾਂ ਜੁੜਿਆ ਹੋਇਆ ਜਿਹੜਾ ਤੁਹਾਡੀ ਮੈਨੇਜਮੈਂਟ ਅਤੇ ਨਿਊਟ੍ਰੀਸ਼ਨ ਨਾਲ ਹੈ। ਕੁਛ ਕਲੀਨਿਕਲ ਕੰਡੀਸ਼ਨ ਦੀ ਗੱਲ ਕਰੀਏ ਤਾਂ ਉਹ 'ਚ ਸਭ ਤੋਂ ਪਹਿਲੇ ਜਿਹੜਾ ਆ ਜਾਂਦਾ ਉਹ ਆਉਂਦਾ
ਡੀਵਾਰਮਿੰਗ ਮਤਲਬ ਕਿ ਅਗਰ ਤੁਸੀਂ ਆਪਦੇ ਪਸ਼ੂ ਨੂੰ ਰੈਗੂਲਰ ਡੀਵਾਰਮਿੰਗ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ, ਕਿਉਂਕਿ ਕੁਝ ਐਸੇ ਇੰਟਰਨਲ ਪੈਰਾਸਾਈਟ ਹੁੰਦੇ ਜਿਵੇਂ ਫਿਸ਼ੋਲਾ ਦੀ ਗੱਲ ਕਰੀਏ ਜਿਹੜਾ ਕਿ ਲੀਵਰ ਦੇ ਉੱਪਰ ਹੀ ਪਣਪਦਾ ਤੇ ਲੀਵਰ ਦੇ ਵਿੱਚ ਬਹੁਤ ਜ਼ਿਆਦਾ ਡੈਮੇਜ ਜਿਹੜੀ ਉਹ ਕਰਦਾ। ਇਹਦੇ ਨਾਲ ਕੁਝ ਕੰਡੀਸ਼ਨਸ ਜੁੜੀਆਂ ਹੋਈਆਂ ਜਿਹੜੀਆਂ ਕਿ ਆਪਣੀ ਪੈਰਾਸਾਈਟ ਨਾਲ ਹੀ ਜੁੜੀਆਂ ਹੋਈਆਂ, ਜਿਹਨੂੰ ਆਪਾਂ ਬਲੱਡ ਪੈਰਾਸਾਈਟ ਕਹਿ ਦਿੰਦੇ ਹਾਂ, ਜਿਵੇਂ ਥਲੇਰੀਆ, ਬਵੇਸ਼ੀਆ, ਐਨਾਪਲਾਜ਼ਮਾ। ਇਹ ਸਾਰੇ ਜਿਹੜੇ ਜੀਵਾਣੂ ਹੈ ਇਹ ਲੀਵਰ ਦੀ ਹੈਲਥ ਨੂੰ ਕਿਤੇ ਨਾ ਕਿਤੇ ਜਾ ਕੇ ਖਰਾਬ ਕਰਦੇ ਆ, ਲੀਵਰ ਦੇ ਵਿੱਚ ਜਿਹੜੀ ਹੈ ਪ੍ਰੋਬਲਮ ਕਰਦੇ ਆ, ਐਨੀਮਲ ਅਨੀਮੀਆ ਦੀ ਤਰਫ ਜਾਂਦਾ ਤੇ ਬਹੁਤ ਸਾਰੇ ਕੇਸਿਸ 'ਚ ਜਿਹੜੀ ਐਨੀਮਲ ਦੀ ਡੈਥ ਵੀ ਹੋ ਸਕਦੀ ਹੈ। ਡੈਥ ਹੋਣ ਤੋਂ ਪਹਿਲਾਂ ਐਨੀਮਲ ਦੀ ਜਿਹੜੀ ਪਰਫਾਰਮੈਂਸ ਹੈ ਬਹੁਤ ਵੀਕ ਹੋ ਜਾਊਗੀ। ਤੀਸਰਾ ਭਾਗ ਜਿਹੜਾ ਹੈ ਉਹ ਹੈ ਟੌਕਸਿਨ ਦੇ ਰਿਲੇਟਡ, ਕਿ ਕੋਈ ਵੀ ਉੱਲੀ ਜ਼ਹਿਰ ਅਗਰ ਸਾਡੇ ਪਸ਼ੂਆਂ ਦੇ ਵਿੱਚ ਜਾ ਰਿਹਾ ਹੈ, ਕੋਈ ਵੀ ਟੌਕਸਿਨ ਜਿਹੜਾ ਉਹ ਐਜ਼ ਏ ਹਿਪੈਟੋਟੌਕਸਿਕ ਆਪਾਂ ਕਹਿ ਦਿੰਦੇ ਹਾਂ ਕਿ ਜਿਹੜੇ ਲਿਵਰ ਦੇ ਸੈਲਸ ਹੈ ਉਹਨੂੰ ਮਾਰਨ ਦਾ ਕੰਮ ਕਰਦੇ ਆ ਤੇ ਲਿਵਰ ਨੂੰ ਬਿਮਾਰ ਕਰਦੇ ਆ। ਇਹ ਸਾਰੀ ਚੀਜ਼ਾਂ ਜਿਹੜੀਆਂ ਉਹ ਲਿਵਰ ਦੀ ਹੈਲਥ ਨੂੰ ਖਰਾਬ ਕਰਦੀ ਹੈ। ਇਸੇ ਤਰ੍ਹਾਂ ਇੱਕ ਪੁਆਇੰਟ ਜਿਹੜਾ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਉਹ ਹੈ ਐਕਸੈਸਿਵ ਯੂਜ਼ ਆਫ ਡਰੱਗਸ ਜਾਂ ਟ੍ਰੀਟਮੈਂਟ 'ਚ ਜੋ ਆਪਾਂ ਜਿਹੜਾ ਸਲਾਹ ਦੇ ਬਿਨਾਂ ਟ੍ਰੀਟਮੈਂਟ ਕਰ ਦਿੰਦੇ ਹਾਂ, ਠੀਕ ਹੈ, ਲੰਬਾ ਸਮੇਂ 10 15 ਦਿਨ ਟ੍ਰੀਟਮੈਂਟ ਚੱਲਦਾ ਰਹਿੰਦਾ, ਉਹ ਵੀ ਕਿਤੇ ਨਾ ਕਿਤੇ ਲਿਵਰ ਦੀ ਹੈਲਥ ਨੂੰ ਖਰਾਬ ਕਰਦੇ, ਕਿਉਂਕਿ ਡੀਟੌਕਸੀਫਿਕੇਸ਼ਨ ਕਰਨ ਦਾ ਕੰਮ ਉਹਨਾਂ ਦੇ ਸਰੀਰ ਤੋਂ ਅੰਦਰ ਚੋਂ ਬਾਹਰ ਕੱਢਣ ਦਾ ਕੰਮ ਜਿਹੜਾ ਉਹ ਲਿਵਰ ਦਾ ਹੀ ਹੈ। ਇਹਦੇ ਨਾਲ ਜਦੋਂ ਵੀ ਕੋਈ ਵੀ ਬਿਮਾਰੀ ਅਗਰ ਕਲੀਨਿਕਲ ਕੰਡੀਸ਼ਨ ਆਉਂਦੀ ਹੈ ਸਾਨੂੰ ਟ੍ਰੀਟਮੈਂਟ ਦੇਣਾ ਪੈਂਦਾ, ਉਹਦੇ ਵਿੱਚ ਜਿਹੜੀ ਸਪੋਰਟਿਵ ਥੈਰੇਪੀ ਹੈ ਅਸੀਂ ਉਹ ਮਿਸ ਕਰ ਦਿੰਦੇ ਹਾਂ। ਸਪੋਰਟਿਵ ਥੈਰੇਪੀ ਮਤਲਬ ਕਿ ਤੁਸੀਂ ਅਗਰ ਕੋਈ ਇਨਫੈਕਸ਼ਨ ਹੈ ਐਂਟੀਬਾਇਓਟਿਕ ਦੇਤਾ, ਅਗਰ ਫੀਵਰ ਹੋ ਰਿਹਾ ਤਾਂ ਤੁਸੀਂ ਕੋਈ ਐਂਟੀਪਾਇਰੇਟਿਕ ਦਿੱਤਾ, ਪਰ ਉਹਦੇ ਨਾਲ ਜਿਹੜਾ ਸਪੋਰਟ ਟ੍ਰੀਟਮੈਂਟ ਹੋਣਾ ਸੀ ਜਿਹਦੇ 'ਚ ਵਿਟਾਮਿਨ ਬੀ ਕੰਪਲੈਕਸ ਆ ਜਾਂਦੇ ਆ ਜਾਂ ਲਿਵਰ ਟੌਨਿਕ ਆ ਜਾਂਦੇ ਆ ਜਾਂ ਹੋਰ ਬਹੁਤ ਸਾਰੀ ਮੈਡੀਸਨ ਹੁੰਦੀਆਂ ਜਿਹੜੀਆਂ ਲਿਵਰ ਨੂੰ ਸਪੋਰਟ ਕਰਨ ਲਈ ਚਾਹੀਦੀਆਂ, ਉਹ ਅਸੀਂ ਨਹੀਂ ਦਿੰਦੇ। ਤੇ ਇਹ ਸਾਰੀ ਚੀਜ਼ਾਂ ਦਾ ਅਗਰ ਅਸੀਂ ਧਿਆਨ ਰੱਖਾਂਗੇ, ਇਹੀ ਮੁੱਖ ਕਾਰਨ ਹੈ ਜਿਹੜੀ ਲਿਵਰ ਦੀ ਜਾਂ ਜਿਗਰ ਦੀ ਜਿਹੜੀ ਹੈਲਥ ਹੈ ਉਹਨੂੰ ਖਰਾਬ ਕਰਦਾ। ਬਿਲਕੁਲ, ਡਾਕਟਰ ਸਾਹਿਬ ਨੇ ਬਹੁਤ ਹੀ ਵਿਸਥਾਰਪੂਰਵਕ ਜਾਣਕਾਰੀ ਤੁਹਾਨੂੰ ਦਿੱਤੀ, ਪਰ ਇੱਥੇ ਵੇਖਣ ਵਾਲੀ ਗੱਲ ਜਿਹੜੀ ਇਹ ਹੈ ਕਿ ਜੋ ਅਸੀਂ ਆਪ ਡਾਕਟਰ ਬਣ ਜਾਣੇ ਤੇ ਆਪਣਾ ਇਲਾਜ ਵੀ ਕਰ ਲੈਂਦੇ, ਪਸ਼ੂਆਂ ਦਾ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਵੀ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸੁਖਦੇਵ ਸਿੰਘ ਜੀ, ਪਿੰਡ ਰਾਜਿਆਣਾ ਜੀ। ਹਾਂਜੀ ਸੁਖਦੇਵ ਜੀ, ਆਪਣਾ ਸਵਾਲ ਪੁੱਛੋ। ਫੈਟੀ ਲੀਵਰ ਕੀ ਹੁੰਦਾ ਜੀ? ਬਹੁਤ ਹੀ ਛੋਟਾ ਪਰ ਬਹੁਤ ਵਧੀਆ ਸਵਾਲ ਹੈ ਕਿ ਫੈਟੀ ਲੀਵਰ ਬਾਰੇ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਜਦੋਂ ਵੀ ਪਸ਼ੂ ਸਾਡਾ ਸਟ੍ਰੈਸ 'ਚ ਹੁੰਦਾ, ਚਾਹੇ ਉਹ ਇੱਕਦਮ ਸੂਣ ਤੋਂ ਬਾਅਦ ਜਦੋਂ ਪਸ਼ੂ ਦੁੱਧ ਵਧਾਉਣਾ ਸ਼ੁਰੂ ਕਰਦਾ, ਉਸ ਟਾਈਮ ਉਹਦੀ ਜਿਹੜੀ ਖਾਣ ਦੀ ਸ਼ਮਤਾ ਹੁੰਦੀ ਹੈ, ਜਿਹਨੂੰ ਆਪਾਂ ਕਹਿੰਦੇ ਡਰਾਈ ਮੈਟਰ ਇਨਟੇਕ, ਉਹ ਬਹੁਤ ਘੱਟ ਹੁੰਦੀ ਹੈ। ਚਾਹੇ ਉਹ ਸੱਜਰ ਸੂਆ ਪਸ਼ੂ ਹੈ ਜਾਂ ਕਈ ਵਾਰ ਹੁਣ ਜਿਵੇਂ ਗਰਮੀ ਦਾ ਮੌਸਮ ਵੀ ਆ ਰਿਹਾ ਤਾਂ ਇਸ ਟਾਈਮ ਵੀ ਜਿਹੜਾ ਪਸ਼ੂ ਜਿਹੜਾ ਸਟ੍ਰੈਸ 'ਚ ਜਾਊਗਾ, ਪਰ ਪਸ਼ੂ ਦੁੱਧ ਦੇ ਰਿਹਾ, ਉਹਦੇ ਵਿੱਚ ਇੱਕ ਨੈਗੇਟਿਵ ਐਨਰਜੀ ਬੈਲੈਂਸ ਬਣਨਾ ਸ਼ੁਰੂ ਹੋ ਜਾਂਦਾ ਕਿ ਜਿੰਨੀ ਐਨਰਜੀ ਦੀ ਰਿਕੁਆਇਰਮੈਂਟ ਉਹਨੂੰ ਹੈ ਉਹ ਪੂਰੀ ਨਹੀਂ ਕਰ ਪਾ ਰਿਹਾ ਕਿਉਂਕਿ ਉਹ ਖਾ ਹੀ ਨਹੀਂ ਪਾ ਰਿਹਾ। ਉਹ ਜਿਹੜਾ ਗੈਪ ਹੈ ਉਹ ਕੀ ਕਰਦਾ, ਉਹ ਆਪਦੇ ਸਰੀਰ ਦਾ ਫੈਟ ਜਿਹੜਾ ਹੈ ਉਹ ਮੋਬਿਲਾਈਜ਼ ਕਰਦਾ, ਉਹਨੂੰ ਖੋਰ ਕੇ ਲਿਵਰ 'ਚ ਲੈ ਕੇ ਆਉਂਦਾ ਤੇ ਲਿਵਰ 'ਚ ਉਹ ਜਿਹੜਾ ਫੈਟ ਹੈ, ਲਿਵਰ ਜਿਹੜਾ ਫੈਟ ਨੂੰ ਗਲੂਕੋਜ਼ ਦੇ ਵਿੱਚ ਕਨਵਰਟ ਕਰਦਾ, ਐਨਰਜੀ ਦੇ ਵਿੱਚ ਕਨਵਰਟ ਕਰਦਾ, ਜਿਹਦੇ ਕਰਕੇ ਪਸ਼ੂ ਦੀ ਜਿਹੜੀ ਐਨਰਜੀ ਰਿਕੁਆਇਰਮੈਂਟ ਉਹ ਪੂਰੀ ਹੋ ਸਕੇ। ਪਰ ਕਈ ਕੰਡੀਸ਼ਨ ਦੇ ਵਿੱਚ ਕੀ ਹੁੰਦਾ, ਜਦੋਂ ਜ਼ਿਆਦਾ ਫੈਟ ਮੋਬਿਲਾਈਜ਼ ਹੁੰਦਾ, ਪਸ਼ੂ ਦੇ ਲਿਵਰ ਦੇ ਉੱਪਰ ਫੈਟ ਜਿਹੜਾ ਡਿਪੋਜ਼ਿਟ ਹੋਣਾ ਸ਼ੁਰੂ ਕਰ ਦਿੰਦਾ, ਜਿਹਨੂੰ ਆਪਾਂ ਫੈਟੀ ਲਿਵਰ ਸਿੰਡਰੋਮ ਕਹਿ ਦਿੰਦੇ ਹਾਂ। ਜਿਹਦੇ ਦੁਸ਼ਪਰਿਣਾਮ ਕੀ ਹੁੰਦੇ ਆ ਕਿ ਹੌਲੀ ਪਸ਼ੂ ਜਿਹੜਾ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ, ਉਹ ਜਿਹੜੀ ਨਾਰਮਲ ਉਹ ਕਿਰਿਆ ਕਰ ਰਿਹਾ ਸੀਗਾ ਉਹ ਪੂਰੀਆਂ ਨਹੀਂ ਕਰ ਪਾਉਂਦਾ। ਹੁਣ ਇਹ ਸਮਾਂ ਆ ਗਿਆ ਕਿ ਆਪਾਂ ਨੂੰ ਰੈਗੂਲਰ ਆਪਣੇ ਜਿਹੜੇ ਚੰਗੇ ਪਸ਼ੂ ਆ ਉਹਦੀ ਟੈਸਟਿੰਗ ਜਿਹੜੀ ਕਰਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਸਮਾਂ ਸੀਗਾ ਜਦੋਂ ਪਸ਼ੂਆਂ ਦੀ ਟੈਸਟਿੰਗ ਇੰਨੀ ਜ਼ਿਆਦਾ ਅਵੇਲੇਬਲ ਨਹੀਂ ਸੀ, ਪਰ ਹੁਣ ਬਹੁਤ ਸਾਰੀ ਲੈਬਸ ਤੇ ਆਪਣੇ ਗਵਰਨਮੈਂਟ ਅਦਾਰੇ ਹੈ ਜਿੱਥੋਂ ਆਪਾਂ ਬੜੀ ਆਸਾਨੀ ਨਾਲ ਬਲੱਡ ਟੈਸਟ ਜਿਹੜੇ ਆ ਉਹ ਕਰਵਾ ਸਕਦੇ ਹਾਂ। ਟੈਸਟ ਕਰਵਾਉਣੇ ਕਿਆ ਹੈ, ਖਾਸ ਕਰ ਅਗਰ ਲੀਵਰ ਦੀ ਗੱਲ ਕਰੀਏ ਤਾਂ ਲਿਵਰ ਫੰਕਸ਼ਨ ਟੈਸਟ ਉਹ ਕਰਾਂਚੇ ਦੇ ਵਿੱਚ SGOT, SGPT, ਇਹ ਸਾਰੇ ਟੈਸਟ ਜਿਹੜੇ ਆ ਬਹੁਤ ਹੀ ਘੱਟ ਕੀਮਤਾਂ ਦੇ ਵਿੱਚ ਜਿਹੜੇ ਆ ਉਹ ਹੋ ਜਾਂਦੇ ਆ, ਜਿਹੜਾ ਕਿ ਸਾਨੂੰ ਇੱਕ ਇੰਡੀਕੇਟ ਕਰੂਗਾ ਕਿ ਸਾਡੇ ਪਸ਼ੂ ਦੀ ਸਿਹਤ, ਬਾਹਰੋਂ ਤਾਂ ਪਸ਼ੂ ਸਹੀ ਲੱਗ ਰਿਹਾ ਹੁੰਦਾ ਪਰ ਅਗਰ ਅੰਦਰੋਂ ਪਸ਼ੂ ਬਿਮਾਰ ਹੋ ਰਿਹਾ ਤਾਂ ਉਹਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਰੈਗੂਲਰ ਹਰ 2-3 ਮਹੀਨਿਆਂ ਵਿੱਚ ਜਿਹੜੇ ਆਪਣੇ ਪੂਰੇ ਹਾਰਟ ਦੇ ਵਿੱਚ ਤੁਸੀਂ 5-6 ਐਨੀਮਲ ਦਾ ਬਲੱਡ ਟੈਸਟ ਕਰਵਾਓ, ਉਹਦੇ ਵਿੱਚ ਲਿਵਰ ਫੰਕਸ਼ਨ ਟੈਸਟ ਕਰਾਓ। ਅਗਰ ਕੋਈ ਦਿੱਕਤ ਹੋਊਗੀ ਤਾਂ ਆਪਾਂ ਬਿਮਾਰ ਹੋਣ ਤੋਂ ਪਹਿਲਾਂ ਹੀ ਪਸ਼ੂ ਦਾ ਜਿਹੜਾ ਟ੍ਰੀਟਮੈਂਟ ਕਰਕੇ ਉਹਦੀ ਰਿਕਵਰੀ ਜਲਦੀ ਕਰਵਾ ਸਕਦੇ ਹਾਂ। ਅਗਰ ਇੱਕ ਵਾਰੀ ਪਸ਼ੂ ਬਿਮਾਰ ਹੋ ਗਿਆ ਤਾਂ ਹੋ ਸਕਦਾ ਮਹੀਨਾ 1.5 ਮਹੀਨਾ ਵੀ ਲੱਗ ਜਾਏ, ਜਾਂ ਕਈ ਵਾਰ ਇਹ ਵੀ ਹੁੰਦਾ ਕਿ ਪੂਰਾ ਸੂਆ ਹੀ ਉਸ ਪਸ਼ੂ ਦਾ ਖਰਾਬ ਹੋ ਜਾਂਦਾ।
ਤੇ ਇਸ ਕਰਕੇ ਟੈਸਟ ਜਿਹੜੇ ਤੁਸੀਂ ਰੈਗੂਲਰ ਜ਼ਰੂਰ ਕਰਵਾਓ। ਬਿਲਕੁਲ ਸਮੇਂ ਸਿਰ ਜਾਂਚ ਜਿਹੜੀ ਹੈ ਪਸ਼ੂ ਦੀ ਕਰਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਬਿਮਾਰੀ ਦਾ ਜੇ ਹੋਵੇਗੀ ਤਾਂ ਪਤਾ ਲੱਗ ਜਾਏਗਾ, ਜੇ ਨਹੀਂ ਹੋਵੇਗੀ ਤੇ ਪਹਿਲੇ ਹੀ ਜੇ ਪਸ਼ੂ ਦੇ ਵਿੱਚ ਕੋਈ ਇਹੋ ਜਿਹੇ ਜਿਹਨੂੰ ਕਹਿੰਦੇ ਸਿੰਪਟਮਸ ਨਜ਼ਰ ਆ ਰਹੇ ਨੇ ਉਸ ਦਾ ਇਲਾਜ ਵੀ ਸਮੇਂ ਸਿਰ ਕਰਾਇਆ ਜਾ ਸਕੇਗਾ। ਤੇ ਇਸ ਦੇ ਨਾਲ ਹੀ ਡਾਕਟਰ ਸਾਹਿਬ ਹੁਣ ਅਗਲੇ ਕਿਸਾਨ ਵੀਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਸਵਾਲ ਵੀ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਮੋਨਾ ਡੈਰੀ ਫਾਰਮ ਗਹੂਨ ਤੋਂ ਬੋਲ ਰਹੇ ਜੀ। ਹਾਂਜੀ ਮੋਨੇ ਜੀ, ਆਪਣੇ ਸਵਾਲ ਪੁੱਛੋ। ਹਾਂਜੀ ਸਰ, ਇਹ ਜਿਹੜੇ ਮਾਰਕੀਟ ਦੇ ਵਿੱਚ ਹੋਰ ਕਈ ਕੰਪਨੀਆਂ ਦੇ ਲਿਵਰ ਟੌਨਿਕ ਆਉਂਦੇ ਆ, ਕਿਆ ਇਹ ਬਾਕੀ ਸਾਡੇ ਪਸ਼ੂ ਨੂੰ ਇਹਨਾਂ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ? ਬਹੁਤ ਸਾਰੀ ਕੰਪਨੀਆਂ ਦੇ ਅੱਜ ਕੱਲ੍ਹ ਲਿਵਰ ਟੌਨਿਕ ਜਿਹੜੇ ਆ ਮਾਰਕੀਟ ਦੇ ਵਿੱਚ ਆ ਰਹੇ ਆ, ਕਿਹੜਾ ਯੂਜ਼ ਕਰੀਏ ਨਹੀਂ ਕਰੀਏ, ਕਈ ਵਾਰੀ ਆਪਣੇ ਕਿਸਾਨ ਭਰਾ ਵੀ ਜਿਹੜੇ ਕਨਫਿਊਜ਼ ਹੁੰਦੇ ਆ। ਉਸ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਜਿਹੜੇ ਲਿਵਰ ਟੌਨਿਕ ਆਉਂਦੇ ਉਹਦੀ ਕਲਾਸੀਫਿਕੇਸ਼ਨ ਮਤਲਬ ਕਿਸ ਕਿਸ ਤਰ੍ਹਾਂ ਦੇ ਆਉਂਦੇ ਆ ਉਹ ਦੱਸਣਾ ਚਾਹੂੰਗਾ। ਦੋ ਤਰ੍ਹਾਂ ਦੇ ਆਉਂਦੇ ਆ। ਇੱਕ ਹੁੰਦੇ ਲਿਵਰ ਐਕਸਟ੍ਰੈਕਟਸ, ਜਿਹਦੇ ਵਿੱਚ ਬਹੁਤ ਸਾਰੇ ਮਿਨਰਲ ਵਿਟਾਮਿਨ ਸਾਰਾ ਕੁਝ ਪਾਇਆ ਹੁੰਦਾ। ਦੂਸਰੇ ਆਉਂਦੇ ਹਰਬਲ, ਜਿਹੜੇ ਕਿ ਟੋਟਲੀ ਨੈਚੁਰਲ ਹਰਬਸ ਜਿਹੜੇ ਹੁੰਦੇ ਆ, ਪ੍ਰਾਕ੍ਰਿਤਿਕ ਰੂਪ ਤੋਂ ਜਿਹੜੇ ਮਿਲਦੇ ਆ ਉਸ ਤੋਂ ਬਣੇ ਹੁੰਦੇ ਆ। ਦੋਹਾਂ ਦਾ ਕੰਮ ਜਿਹੜਾ ਉਹ ਅਲੱਗ-ਅਲੱਗ ਹੈ। ਜਿਹੜੇ ਲਿਵਰ ਐਕਸਟ੍ਰੈਕਟ ਆਉਂਦੇ ਆ ਉਹਨਾਂ ਦਾ ਜ਼ਿਆਦਾ ਕੰਮ ਆਉਂਦਾ ਰਿਕਵਰੀ 'ਚ, ਕਿ ਫੋਰ ਐਗਜ਼ਾਮਪਲ ਤੁਸੀਂ ਕੋਈ ਟਰੀਟਮੈਂਟ ਕਰ ਰਹੇ ਹੋ, ਉਹਦੇ ਨਾਲ ਇੱਕ ਸਪੋਰਟਿਵ ਥੈਰੇਪੀ ਜਿਹੜੀ ਹੈ ਉਹ ਲਿਵਰ ਐਕਸਟ੍ਰੈਕਟ ਵਾਲਾ ਜਿਹੜਾ ਕੰਪੋਜੀਸ਼ਨ ਹੋਊਗੀ ਉਹ ਕਰੂਗਾ। ਜੇ ਹਰਬਲ ਦੀ ਗੱਲ ਕਰੀਏ, ਜਿੰਨੇ ਵੀ ਕੋਈ ਫੈਟ ਅਗਰ ਲਿਵਰ ਦੀ ਸਿਰੋਸਿਸ ਹੋ ਰਹੀ ਹੈ ਟੌਕਸਿਨ ਕਰਕੇ, ਉੱਲੀ ਜ਼ਹਿਰ ਕਰਕੇ, ਤਾਂ ਉਸ ਤੋਂ ਬਚਾਉਣ ਲਈ, ਉਸ ਤੋਂ ਰਿਕਵਰੀ ਕਰਾਉਣ ਲਈ ਹਰਬਲ ਜਿਹੜੇ ਲਿਵਰ ਟੌਨਿਕ ਆ ਉਹ ਕੰਮ ਕਰਨਗੇ। ਇਸ ਕਰਕੇ ਜਿਹੜਾ ਤੁਹਾਡਾ ਲਿਵਰ ਟੌਨਿਕ ਦਾ ਚੁਣਾਵ ਹੈ ਉਹ ਉਸ ਬੇਸਿਸ 'ਤੇ ਹੀ ਹੋਣਾ ਚਾਹੀਦਾ। ਤੀਸਰੀ ਗੱਲ, ਕਈ ਵਾਰ ਤੁਸੀਂ ਕੰਬੀਨੇਸ਼ਨ ਵੀ ਯੂਜ਼ ਕਰ ਸਕਦੇ ਹੋ ਕਿ ਹਰਬਲ ਵੀ ਕਰੋ ਅਤੇ ਦੂਜਾ ਐਕਸਟ੍ਰੈਕਟ ਵੀ ਕਰੋ, ਤਾਂ ਕਿ ਵਧੀਆ ਅਤੇ ਅੱਛਾ ਰਿਸਪੌਂਸ ਤੁਹਾਨੂੰ ਇਹ ਮਿਲ ਸਕੇ। ਉਸ ਤੋਂ ਵੀ ਇੰਪੋਰਟੈਂਟ ਗੱਲ ਜਿਹੜੀ ਮੈਂ ਦੱਸਣਾ ਚਾਹੂੰਗਾ ਕਿ ਹਮੇਸ਼ਾ ਕਿਸੇ ਅੱਛੀ ਕੰਪਨੀ ਦਾ ਹੀ ਯੂਜ਼ ਕਰੋ, ਲੋਕਲ ਕੰਪਨੀ ਦਾ ਨਾ ਕਰੋ। ਦੂਸਰੀ ਚੀਜ਼, ਜੋ ਤੁਹਾਡੇ ਡਾਕਟਰ ਦੁਆਰਾ ਪ੍ਰਿਸਕ੍ਰਾਈਬਡ ਹੋਵੇ, ਤਾਂ ਕਿ ਤੁਹਾਡੇ ਡਾਕਟਰ ਨੂੰ ਐਗਜ਼ੈਕਟ ਪਤਾ ਕਿ ਤੁਹਾਡੇ ਐਨੀਮਲ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਅਤੇ ਡਾਕਟਰ ਦੀ ਸਲਾਹ ਦੇ ਨਾਲ ਹੀ ਇਹ ਚੀਜ਼ਾਂ ਦੀ ਵਰਤੋਂ ਜਿਹੜੀ ਕਰਨੀ ਚਾਹੀਦੀ ਹੈ। ਬਿਲਕੁਲ, ਸਲਾਹ ਜਿਹੜੀ ਹੈ ਬਹੁਤ ਜ਼ਰੂਰੀ ਹੈ। ਅਸੀਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਆਪ ਆਪਣੇ ਵੀ ਡਾਕਟਰ, ਆਪਣੀ ਸਿਹਤ ਦੇ ਹਵਾਲੇ ਨਾਲ ਵੀ ਤੇ ਪਸ਼ੂ ਦੇ ਡਾਕਟਰ ਵੀ ਨਹੀਂ ਬਣਨਾ। ਜੋ ਤੁਹਾਨੂੰ ਇੱਕ ਰਿਕਮੈਂਡ ਕੀਤਾ ਜਾ ਰਿਹਾ ਉਸ ਉੱਤੇ ਜ਼ਰੂਰ ਧਿਆਨ ਦੇਣਾ। ਤੇ ਇੱਥੇ ਵੇਲੇ ਇੱਕ ਛੋਟੇ ਜਿਹੇ ਬ੍ਰੇਕ ਦਾ ਡਾਕਟਰ ਸਾਹਿਬ, ਤੇ ਬ੍ਰੇਕ ਤੋਂ ਬਾਅਦ ਅਸੀਂ ਜਿੱਥੇ ਇੱਕ ਅਗਾਂਹ ਪਸ਼ੂ ਪਾਲਕ ਨਾਲ ਮੁਲਾਕਾਤ ਕਰਾਂਗੇ, ਉੱਥੇ ਅੱਜ ਦਾ ਜੋ ਵਿਸ਼ਾ ਹੈ ਉਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ 'ਤੇ ਵੀ ਝਾਤ ਪਾਵਾਂਗੇ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਸੀਜ਼ਨ 3 ਤੇ ਅਗਾਂਹਵਧੂ ਪਸ਼ੂ ਪਾਲਕ ਆਪਣੀ ਅਗਾਂਹਵਧੂ ਸੋਚ ਦੇ ਨਾਲ ਨਾ ਸਿਰਫ ਆਪ ਤਰੱਕੀ ਕਰਦਾ ਹੈ, ਬਲਕਿ ਬਾਕੀ ਕਿਸਾਨ ਵੀਰਾਂ ਨੂੰ, ਪਸ਼ੂ ਪਾਲਕਾਂ ਨੂੰ ਵੀ ਸੇਧ ਦਿੰਦਾ ਹੈ। ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਮੈਂ ਕਾਫੀ ਪਿਛਲੇ ਲੰਬੇ ਸਮੇਂ ਤੋਂ ਡੇਅਰੀ ਫਾਰਮਿੰਗ ਕਰ ਰਿਹਾ ਜੀ। ਮੇਰੇ ਕੋਲ ਹੁਣ ਇਸ ਟਾਈਮ ਜੀ 60-70 ਐਨੀਮਲ ਹੈ ਜੀ, ਤੇ 1700-1800 ਲੀਟਰ ਦੁੱਧ ਮੈਂ ਭੇਜ ਰਿਹਾ ਜੀ ਡੇਅਰੀ ਤੇ। ਤੇ ਹੁਣ ਜਦੋਂ ਕਦੇ ਆਪਣੇ ਐਨੀਮਲ ਤੇ ਕਿਸੇ ਦੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਲਿਵਰ ਦੀ ਖਾਸ ਕਰਕੇ, ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਬੈਲੈਂਸ TMR, ਵਧੀਆ ਖੁਰਾਕ, ਤੇ ਆਪਦੇ ਜਿਹੜਾ ਹੀਟ ਸਟਰੈਸ ਤੋਂ ਗਾਂ ਜਿਵੇਂ ਗਰਮੀਆਂ ਆ ਰਹੀਆਂ ਉਹਦੇ ਬਾਰੇ ਪਹਿਲਾਂ ਹੀ ਆਪਦਾ ਹੀਟ ਸਟਰੈਸ ਤੋਂ ਜਾਨਵਰ ਬਚਾਉਣੇ ਚਾਹੀਦੇ ਆ। ਕਿਸਾਨ ਵੀਰਾਂ ਨੂੰ ਇਹ ਸਲਾਹ ਦੇਣੀ ਚਾਹੁੰਦਾ ਜੀ, ਜਦੋਂ ਵੀ ਆਪਣੇ ਫਾਰਮ ਤੇ ਕਿਸੇ ਜਾਨਵਰ ਨੂੰ ਕੋਈ ਦਿੱਕਤ ਆਉਂਦੀ ਹੈ ਜੀ, ਤੇ ਆਪਦੇ ਆਪ ਨਹੀਂ ਇਲਾਜ ਸ਼ੁਰੂ ਕਰਨਾ ਚਾਹੀਦਾ ਜੀ। ਕਿਸੇ ਚੰਗੇ ਡਾਕਟਰ ਦੀ ਸਲਾਹ, ਮਾਹਰ ਦੀ ਸਲਾਹ ਦੇ ਅਨੁਸਾਰ ਹੀ ਉਹ ਤੋਂ ਆਪਦਾ ਇਲਾਜ ਕਰਾਉਣਾ ਚਾਹੀਦਾ। ਕਿ ਆਪਦੇ ਆਪ ਨੂੰ ਦਵਾਈਆਂ ਦੀ ਗਲਤ ਵਰਤੋਂ ਨਾਲ ਲਿਵਰ ਤੇ ਬਹੁਤ ਭੈੜਾ ਅਸਰ ਪੈਂਦਾ ਜੀ। ਇਹ ਚੀਜ਼ ਤੋਂ ਬਚਣਾ ਚਾਹੀਦਾ ਜੀ। ਤੁਹਾਡੀ ਅਗਾਂਹਵਧੂ ਸੋਚ ਨੂੰ ਤਾਂ ਸਾਡਾ ਸਲਾਮ ਹੈ। ਤੇ ਅੱਜ ਦਾ ਜੋ ਵਿਸ਼ਾ ਹੈ ਕਿ ਲਿਵਰ ਦੀ ਸਿਹਤ ਹੈ ਜ਼ਰੂਰੀ ਸਿਹਤਮੰਦ ਪਸ਼ੂ ਲਈ, ਉਸ ਨਾਲ ਜੁੜੇ ਜੋ ਮੁੱਖ ਪੁਆਇੰਟਸ ਨੇ ਉਸ ਉੱਤੇ ਮੁੜ ਤੋਂ ਇੱਕ ਵਾਰ ਝਾਤ ਪਾਉਂਦੇ ਹਾਂ। ਬਈ ਆਪਣਾ ਤੇ ਆਪਣੇ ਪਸ਼ੂਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਓ। ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ 9903 ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਪਸ਼ੂ ਪਾਲਣ ਵਿਸਤਾਰਪੂਰਵਕ ਬਾਰੇ ਜਾਣਕਾਰੀ ਸਾਂਝਾ ਕਰਨ ਲਈ। ਅਗਲੇ ਹਫਤੇ ਫਿਰ ਹੋਵੇਗੀ ਮੁਲਾਕਾਤ। ਤੇ ਆਪਣਾ ਤੇ ਆਪਣੇ ਪਸ਼ੂਆਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਓ। ਦਿਓ ਇਜਾਜ਼ਤ।